जो अज पंजवें पातशाह धन धन साहिब श्री गुरु अर्जन देव जी महाराज जिन्हां दा प्रकाश पुरब दिवस है, सो आओ सरबा संगतां रल मिल के जो सतगुरां दे प्रकाश पुरब दिवस के संबंध विच कुछ क विचारां दी सांझ पाउणी करिए। सतगुरु कृपा करन, समत बख्शण, कृपा करके सेवा लैण। सो सब तो पहला फतेह की सांझ पाइए। फतेह प्रवान करो जी। वाहिगुरु जी का खालसा, वाहिगुरु जी की फतेह। जो गुरु प्यारिओ, जो डायरी के मुताबक जो अज 23 अप्रैल नूं सतगुरु गुरु अर्जन देव जी महाराज पंजवें पातशाह का जो प्रकाश दिवस आउंदा है, पर इतिहास की लिखत के मुताबक जो सतगुरु पंजवें पातशाह गुरु अर्जन देव जी का प्रकाश दिवस, प्रकाश दिहाड़ा संमत 1620 ਦੀ 3 ਵਿਸਾਖ 15 अप्रैल 1563 ईस्वी ਨੂੰ है। जो इतिहास की लिखत के मुताबक सतगुरां दा प्रकाश दिवस 15 अप्रैल 1563 ईस्वी ਨੂੰ नानके घर गोइंदवाल साहिब श्री गुरु रामदास जी के घर माता भानी जी के उधर तो होया। गुरु अर्जन देव जी धन गुरु रामदास जी के सब तो छोटे अते तीसरे सपुत्र सन। बालक रूप गुरु अर्जन देव जी ने अपना बचपन नाना गुरु गुरु अमरदास जी अते पिता गुरु गुरु रामदास जी की छत्र छाया विच बतीत किया। बालक रूप गुरु अर्जन देव जी बाल लीला चेष्टावां वल्लों कदे अपनी माता जी नूं, कदे पिता गुरु रामदास जी नूं अते कदे नाना गुरु अमरदास जी नूं हैरान अते खुश करते रहंदे सन। बाल अवस्था के दौरान जहर कोई बाल रूप गुरु अर्जन देव जी की समता की भावना ने अगे चल के जो समुची गुरु संगत नूं प्रभावित किया। जो कुछ लिखारी कहते हैं कि बचपन दे विच गुरु अर्जन देव जी रुड़दे रुड़दे अपने नाना गुरु गुरु अमरदास जी के आसन ते चले गए सन। पर कुछ लिखारी लिखते हैं कि गुरु अर्जन देव जी महाराज जो अपने बाल साथियों नाल जो गेंद खेड रहे सन, खेडदियां तो गेंद जाके गुरु अमरदास जी दे आसन वाल चली गई। इधर उधर देखण ते जद गेंद ना मिली तो गुरु अर्जन देव जी ने मन में सोचा कि शायद ये गेंद नाना जी दे आसन वाल गई होवेगी। जदों उधर जाके देखा तो बाल रूप गुरु अर्जन देव जी ने जदों आसन उपर देखण की कोशिश की तो वो देख नहीं सके, क्योंकि वो उस समय आसन
ਜਿੱਥੇ ਸਤਿਗੁਰੂ ਪੈਂਦੇ ਸਨ, ਪੈਣ ਵਾਲਾ ਆਸਣ ਪਲੰਗ, ਉਹਦੇ 'ਤੇ ਨਾ ਜਾ ਵੇਖ ਸਕੇ। ਔਰ ਜਿੱਥੇ ਸਤਿਗੁਰੂ ਆਪਣੀ ਸਮਾਧੀ ਲੀਨ ਬੈਠੇ ਸਨ, ਬੰਦਗੀ ਕਰ ਰਹੇ ਸਨ, ਉਸ ਆਸਣ ਉੱਪਰ ਚੜ੍ਹ ਕੇ ਜਦੋਂ ਉੱਧਰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਹਨ ਉਹ ਜਦੋਂ ਦੇਖਣ ਲੱਗੇ ਤਾਂ ਗੁਰੂ ਅਮਰਦਾਸ ਜੀ ਦੀ ਸਮਾਧੀ ਵੀ ਭੰਗ ਨਾ ਹੋ ਜਾਵੇ, ਭਾਵ ਕਿ ਧਿਆਨ ਨਾ ਟੁੱਟ ਜਾਵੇ। ਇਸ ਕਰਕੇ ਉਹ ਖੜਕਾ ਵੀ ਨਹੀਂ ਕਰਨਾ ਚਾਹੁੰਦੇ ਸਨ। ਪਰ ਕਹਿਣ ਲੱਗੇ ਕਿ ਜਦੋਂ ਗੇਂਦ ਵੀ ਨਾ ਥੱਲੇ ਦਿਸੀ ਤਾਂ ਕਹਿੰਦੇ ਹਨ ਕਿ ਸਤਿਗੁਰਾਂ ਦੇ ਜਿੱਥੇ ਸਮਾਧ ਲੀਨ ਬੈਠੇ ਸਨ, ਮਗਨ ਧਿਆਨ ਬੈਠੇ ਸਨ, ਕਹਿੰਦੇ ਉਸ ਆਸਣ ਉੱਪਰ ਪੈਰ ਰੱਖ ਕੇ ਪਲੰਗ ਆਸਣ ਉੱਪਰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਅਮਰਦਾਸ ਜੀ ਦਾ ਜੋ ਆਸਣ ਜਿਸ ਥਾਂ ਬੈਠੇ ਸਨ ਡੋਲ ਗਿਆ, ਭਾਵ ਕਿ ਧਿਆਨ ਟੁੱਟ ਗਿਆ। ਤੇ ਕਿਹਾ ਕਿ ਉਹ ਭਾਈ ਤੂੰ ਕੌਣ ਹੈ ਜਿਸ ਨੇ ਸਾਡਾ ਆਸਣ ਹੀ ਹਿਲਾ ਦਿੱਤਾ। ਜਦੋਂ ਮਾਤਾ ਭਾਨੀ ਜੀ ਨੂੰ ਪਤਾ ਲੱਗਾ ਕਿ ਬਾਲਕ ਅਰਜਨ ਦੇਵ ਜੀ ਗੁਰੂ ਪਿਤਾ ਦੇ ਆਸਣ ਵੱਲ ਗਏ ਹਨ, ਤਾਂ ਮਾਤਾ ਜੀ ਬਾਲਕ ਅਰਜਨ ਦੇਵ ਜੀ ਨੂੰ ਫੜਨ ਵਾਸਤੇ ਆਏ। ਤਾਂ ਉੱਧਰ ਬਾਲਕ ਅਰਜਨ ਦੇਵ ਜੀ ਥੋੜ੍ਹਾ ਸਹਿਮ ਗਏ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਕਿ ਭਾਈ ਤੂੰ ਕੌਣ ਹੈ, ਸਾਡਾ ਆਸਣ ਹਿਲਾ ਦਿੱਤਾ, ਭਾਵ ਕਿ ਸਾਨੂੰ ਧਿਆਨ ਵਿੱਚੋਂ ਤੁਸੀਂ ਤੋੜ ਦਿੱਤਾ। ਤਾਂ ਕਹਿੰਦੇ ਬਾਲ ਅਰਜਨ ਦੇਵ ਜੀ ਥੋੜ੍ਹਾ ਜਿਹਾ ਸਹਿਮ ਗਏ ਅਤੇ ਗੁਰੂ ਅਮਰਦਾਸ ਜੀ ਦੇ ਆਸਣ ਤੋਂ ਪਿੱਛੇ ਹਟ ਕੇ ਖੜੋ ਗਏ। ਪਰ ਵਿਸ਼ਾਲ ਦਿਲ ਦੇ ਮਾਲਕ, ਦਿਆਲੂ ਕਿਰਪਾਲੂ ਗੁਰੂ ਅਮਰਦਾਸ ਜੀ ਨੇ ਬਾਲਕ ਅਰਜਨ ਦੇਵ ਜੀ ਨੂੰ ਆਪਣੀ ਗੋਦ ਵਿੱਚ ਲੈ ਲਿਆ। ਮਾਤਾ ਭਾਨੀ ਜੀ ਨੂੰ ਕਿਹਾ ਕਿ ਇਹ ਬਾਲ ਅਰਜਨ ਦੇਵ ਜੀ ਹੁਣੇ ਹੀ ਆਸਣ ਪਰ ਬੈਠਣਾ ਚਾਹੁੰਦੇ ਹਨ, ਹੁਣ ਆਸਣ ਪਰ ਚੜ੍ਹਨਾ ਚਾਹੁੰਦੇ ਹਨ, ਭਾਵ ਕਿ ਗੋਦੀ ਪਰ ਬੈਠਣਾ ਚਾਹੁੰਦੇ ਹਨ, ਗੱਦੀ ਪਰ ਬੈਠਣਾ ਚਾਹੁੰਦੇ ਹਨ। ਗੋਦੀ ਵਿੱਚ ਸਤਿਗੁਰਾਂ ਨੇ ਲੈ ਲਿਆ, ਜੋ ਅੱਗੇ ਚੱਲ ਕੇ ਕਿਹਾ ਕਿ ਹੇ ਪੁੱਤਰੀ, ਜੋ ਅੱਗੇ ਸਮਾਂ ਆਵੇਗਾ ਕਿ ਇਹ ਕੋਈ ਮਹਾਨ ਕਾਰਜ ਕਰੇਗਾ ਜਿਸ ਨਾਲ ਮਨੁੱਖਤਾ ਦੀ ਕਲਿਆਣ ਹੋਵੇਗੀ। ਗੁਰੂ ਅਰਜਨ ਦੇਵ ਜੀ ਜਦੋਂ ਬਾਲਕ ਰੂਪ ਸਨ ਤਾਂ ਉਦੋਂ ਤੋਂ ਹੀ ਉਹਨਾਂ ਨੂੰ ਆਤਮਿਕ ਗਿਆਨ ਅਮਾਨਤ ਵਿੱਚ ਮਿਲਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਸਾਰਾ ਬਚਪਨ ਉਹਨਾਂ ਨੇ ਨਾਨਾ ਗੁਰੂ ਦੇ ਦੇਖ ਰੇਖ ਵਿੱਚ ਬਤੀਤ ਕੀਤਾ। ਗੁਰੂ ਗੋਦ ਵਿੱਚ ਪਲੇ ਗੁਰੂ ਅਰਜਨ ਦੇਵ ਜੀ ਦਾ ਸੁਭਾਅ ਆਪਣੇ ਦੋਹਾਂ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਦੇਵ ਜੀ ਤੋਂ ਵੱਖਰਾ ਸੀ। ਉਹ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਦੀ ਤਰ੍ਹਾਂ ਹਮੇਸ਼ਾ ਗੁਰੂ ਆਗਿਆ ਵਿੱਚ ਸਮਰਪਿਤ ਰਹਿੰਦੇ ਸਨ। ਇੱਕ ਨਿਸ਼ਠਾਵਾਨ ਸੇਵਕ ਦੀ ਤਰ੍ਹਾਂ ਆਗਿਆ ਪਾਲਣ ਲਈ ਸਦਾ ਤਿਆਰ ਰਹਿੰਦੇ ਸਨ। ਇਹਨਾਂ ਵਿਸ਼ੇਸ਼ ਗੁਣਾਂ ਕਰਕੇ ਹੀ ਨਾਨੇ ਦੋਹਤੇ ਦਾ ਪਿਆਰ ਇੰਨਾ ਪ੍ਰੇਮਮਈ ਰੂਪ ਧਾਰਨ ਕਰ ਗਿਆ ਕਿ ਆਪ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਬਾਣੀ ਦੀ ਬੋਧ ਅਤੇ ਬਾਣੀ ਕੰਠ ਕਰਵਾਉਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਕਰਕੇ ਗੁਰੂ ਅਰਜਨ ਦੇਵ ਜੀ ਦੇ ਦਿਲ ਵਿੱਚ ਭਗਤੀ ਕਵਿਤਾ ਪ੍ਰਤੀ ਰੁਚੀ, ਰਾਗਾਂ ਦੀ ਅਤੇ ਛੰਦਾਬੰਦੀ ਦੀ ਕਲਾ ਵੀ ਛੇਤੀ ਹੀ ਧਾਰਨ ਕਰ ਗਈ। ਇਹ ਵੇਖ ਕੇ ਨਾਨਾ ਗੁਰੂ ਅਮਰਦਾਸ ਜੀ ਨੇ ਭਵਿੱਖਬਾਣੀ ਕੀਤੀ ਕਿ ਦੋਹਤਾ ਬਾਣੀ ਕਾ ਬੋਹਤਾ, ਭਾਵ ਕਿ ਬਾਣੀ ਦਾ ਜਹਾਜ਼ ਗੁਰੂ ਅਰਜਨ ਦੇਵ ਜੀ ਹੋਵੇਗਾ।
ਸੋ ਜਿਨ੍ਹਾਂ ਨੂੰ ਸੰਸਾਰਕ ਸ਼ਬਦ ਬੋਧ ਗੋਇੰਦਵਾਲ ਦੀ ਪਾਠਸ਼ਾਲਾ ਵਿੱਚੋਂ ਪ੍ਰਾਪਤ ਹੋਇਆ, ਗੁਰਮੁਖੀ ਅੱਖਰਾਂ ਦਾ ਅਰਥ, ਅੱਖਰਾਂ ਦਾ ਗਿਆਨ ਜੋ ਨਾਨਾ ਗੁਰੂ ਅਮਰਦਾਸ ਜੀ ਨੇ ਦਿੱਤਾ ਅਤੇ ਆਰੰਭਕ ਸਿੱਖਿਆ ਜੋ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਦੇਖ ਰੇਖ ਵਿੱਚ ਹੋਈ। ਸੋ ਇਸ ਤਰ੍ਹਾਂ ਕਰਕੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ, ਜਿਨ੍ਹਾਂ ਦਾ ਬਚਪਨ ਬਤੀਤ ਹੋਇਆ, ਤਾਂ ਇਸ ਦੇ ਸੰਬੰਧ ਵਿੱਚ ਜੋ ਭੱਟ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਦੇਖ ਰੇਖ ਦੇ ਵਿੱਚ ਭਾਈ ਗੁਰਦਾਸ ਜੀ ਤੋਂ ਦਰਜ ਕਰਵਾਈ। ਭੱਟ ਘਲ ਸਹਾਰ ਜੀ ਜੋ ਲਿਖਦੇ ਹਨ, ਸਤਿਗੁਰ ਚਰਨ ਕਬਲ ਰਿਦ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ। ਭਾਵ ਕਿ ਮੈਂ ਸਤਿਗੁਰੂ ਜੀ ਦੀ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ। ਸਤਿਗੁਰ ਚਰਨ ਕਬਲ ਰਿਦ ਧਾਰੰ, ਕਿ ਮੈਂ ਸਤਿਗੁਰੂ ਜੀ ਦੇ ਚਰਨਾਂ ਨੂੰ, ਉਹਨਾਂ ਦੀ ਯਾਦ ਨੂੰ, ਉਹਨਾਂ ਦੇ ਸਰੂਪ ਨੂੰ ਮੈਂ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਸਦਾ ਟਿਕਾਉਂਦਾ ਹਾਂ। ਗੁਰ ਅਰਜਨ ਗੁਣ ਸਹਿਜ ਵਿਚਾਰੰ, ਕਿ ਫਿਰ ਮੈਂ ਸਹਿਜ ਨਾਲ, ਬੜੇ ਪਿਆਰ ਨਾਲ, ਆਤਮਿਕ ਅਡੋਲਤਾ ਵਿੱਚ ਆਪਣੇ ਮਨ ਨੂੰ ਟਿਕਾ ਕੇ ਤੇ ਬੜੇ ਪ੍ਰੇਮ ਨਾਲ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਨੂੰ ਵਿਚਾਰਦਾ ਹਾਂ। ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ, ਕਿ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆਪਣਾ ਅਵਤਾਰ ਧਾਰਿਆ। ਹੈ ਗੁਰੂ ਅਰਜਨ ਦੇਵ ਜੀ, ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆਪਣਾ ਅਵਤਾਰ ਧਾਰਿਆ ਹੈ, ਪ੍ਰਕਾਸ਼ ਕੀਤਾ ਹੈ, ਜੋ ਜਨਮ ਲਿਆ ਹੈ। ਸਗਲ ਮਨੋਰਥ ਪੂਰੀ ਆਸਾ, ਉਹਨਾਂ ਦੇ ਸਾਰੇ ਹੀ ਮਨੋਰਥ, ਸਾਰੀਆਂ ਆਸ਼ਾਵਾਂ ਪੂਰੀਆਂ ਹੋ ਗਈਆਂ। ਸਗਲ ਮਨੋਰਥ ਪੂਰੀ ਆਸਾ, ਤੈ ਜਨਮਤ ਗੁਰਮਤਿ ਬ੍ਰਹਮ ਪਛਾਨਿਓ। ਕਿ ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਸੀਂ ਜਨਮ ਤੋਂ ਹੀ ਜੋ ਆਪ ਜੀ ਨੇ ਗੁਰੂ ਮਤ ਧਾਰਨਾ ਕੀਤੀ, ਗੁਰੂ ਮਤ ਆਪ ਜੀ ਨੂੰ ਜਨਮ ਤੋਂ ਹੀ ਪ੍ਰਾਪਤ ਹੋਈ। ਉਸ ਮਤ ਦੇ ਧਾਰਨ ਕਰਕੇ ਉਹ ਬ੍ਰਹਮ ਨੂੰ ਪਛਾਣ ਲਿਆ, ਉਸ ਪਰਮੇਸ਼ਵਰ ਨੂੰ ਪਛਾਣ ਲਿਆ, ਉਸ ਬ੍ਰਹਮ ਗਿਆਨ ਨੂੰ ਪਛਾਣ ਲਿਆ ਤੇ ਉਸ ਨਾਲ ਡੂੰਘੀ ਸਾਂਝ ਪਾ ਲਈ। ਕਲ ਜੋੜ ਕਰ ਸੋ ਜਸ ਵਖਾਨਿਓ। ਕਲ ਸਹਾਰ, ਜੋ ਕਲ ਭੱਟ ਜੀ ਕਹਿੰਦੇ ਹਨ ਕਿ ਹੇ ਗੁਰੂ ਅਰਜਨ ਦੇਵ ਜੀ, ਭੱਟ ਕਵੀ ਕਲ ਜੀ ਦੇ ਦੋਵੇਂ ਹੱਥ ਜੋੜ ਕੇ ਆਪ ਜੀ ਦੀ ਸਿਫਤ ਸਲਾਹ ਉਚਾਰਦਾ ਹੈ, ਆਪ ਜੀ ਦੀ ਵਡਿਆਈ ਕਰਦਾ ਹੈ। ਭਗਤ ਜੋਗ ਕੋ ਜੈਤਵਾਰ ਹਰ ਜਨ ਕੋ ਪਾਇਓ। ਕਿ ਹੇ ਗੁਰੂ ਜੀ, ਆਪ ਜੀ ਨੇ ਭਗਤੀ ਦੇ ਯੋਗ ਨੂੰ ਜਿੱਤ ਲਿਆ ਹੈ। ਆਪ ਕੇ ਭਾਵ ਆਪਣੇ ਮਨ ਨੂੰ ਜਿੱਤ ਲਿਆ ਹੈ, ਭਗਤੀ ਪ੍ਰਾਪਤ ਕਰ ਲਈ ਹੈ। ਉਸ ਮੁਕਾਮ ਤੇ ਪਹੁੰਚ ਗਏ ਜਿੱਥੇ ਕੋਈ ਅਜੇ ਨਹੀਂ ਸੀ ਪਹੁੰਚ ਸਕਦਾ। ਭਾਵ ਕਿ ਆਪ ਜੀ ਨੇ ਭਗਤੀ ਨਾਲ ਪ੍ਰਭੂ ਮਿਲਾਪ ਕਰ ਲਿਆ ਹੈ। ਤੁਹਾਡੇ ਵਿੱਚ ਤੇ ਪਰਮੇਸ਼ਵਰ ਵਿੱਚ, ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ ਹੈ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਆਪ ਜੀ ਨੇ ਗੁਰੂ ਸ਼ਬਦ ਨੂੰ ਪ੍ਰਗਟ ਕੀਤਾ ਹੈ ਤੇ ਹਰੀ ਪ੍ਰਭੂ ਨੂੰ ਆਪਣੀ ਰਸਨਾ ਉੱਪਰ ਵਸਾ ਲਿਆ ਹੈ। ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਕਹਿੰਦੇ ਹਨ ਕਿ ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦੇ
ਜੋ ਚਰਨੀ ਲਾ ਕੇ ਉਹਨਾਂ ਦੀ ਸ਼ਰਨ ਪੈ ਕੇ, ਭਾਵ ਕਿ ਉਹਨਾਂ ਤੋਂ ਸ਼ਬਦਾਂ ਦੀ ਬੋਧ ਲੈ ਕੇ, ਗੁਰਬਾਣੀ ਦੀ ਗਿਆਨ ਲੈ ਕੇ, ਉਹਨਾਂ ਦੇ ਚਰਨੀ ਲੱਗ ਕੇ, ਉਹਨਾਂ ਨਾਲ ਜੁੜ ਕੇ ਸਿੱਖਿਆ ਲੈ ਕੇ ਬਹੁਤ ਉੱਚੀ ਪਦਵੀ ਪਾ ਲਈ ਹੈ, ਉੱਤਮ ਪਦਵੀ ਪਾ ਲਈ ਹੈ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ, ਕਿ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ ਹੈ। ਸੋ ਇਸੇ ਤਰ੍ਹਾਂ ਹੀ ਭੱਟ ਮੱਥਰਾ ਜੀ ਜੋ ਕਹਿੰਦੇ ਹਨ ਕਿ ਭਾਈ ਜੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਯਾਦ ਕਰਨ ਦੇ ਨਾਲ, ਜਿਨ੍ਹਾਂ ਦੀ ਸ਼ਰਨ ਪੈਣ ਦੇ ਨਾਲ ਇਹ ਸਾਰੇ ਦੁੱਖ, ਇਹ ਜਨਮ ਮਰਨ ਦਾ ਚੱਕਰ ਕੱਟਿਆ ਜਾ ਸਕਦਾ ਹੈ। ਪਰ ਜੇ ਕਿਤੇ ਗੁਰੂ ਦੇ ਗਿਆਨ ਨੂੰ ਮਨ ਦੇ ਵਿੱਚ ਵਸਾਇਆ ਜਾਵੇ, ਗੁਰੂ ਦੇ ਬਚਨਾਂ ਨੂੰ ਮਨ ਦੇ ਵਿੱਚ ਵਸਾ ਲਿਆ ਜਾਵੇ, ਭੱਟ ਮੱਥਰਾ ਜੀ ਕਹਿੰਦੇ ਹਨ, ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ। ਕਿਹੇ ਮਥਰਾ ਜੀ, ਹੁਣ ਸੱਚੀ ਵਿਚਾਰ ਤਾਂ ਇਹੀ ਹੈ। ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਮਥਰਾ ਜੀ, ਹੁਣ ਸੱਚੀ ਵਿਚਾਰ ਤਾਂ ਇਹੀ ਹੈ ਕਿ ਜਗਤ ਨੂੰ ਤਾਰਨ ਲਈ ਹੀ ਹਰੀ ਪ੍ਰਭੂ ਪਰਮਾਤਮਾ ਨੇ ਗੁਰੂ ਅਰਜਨ ਦੇਵ ਜੀ ਨੂੰ ਅਵਤਾਰ ਭੇਜਿਆ ਹੈ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਪਿਆ ਹੈ, ਯਾਦ ਰੱਖਿਆ ਹੈ, ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਉਹਨਾਂ ਦੇ ਕਹੇ ਹੋਏ ਬਚਨਾਂ ਨੂੰ ਮੰਨਿਆ ਹੈ, ਉਹ ਗਰਭ ਜੂਨਾਂ ਤੇ ਦੁੱਖਾਂ ਤੋਂ ਰਹਿਤ ਹੋ ਗਏ। ਉਹ ਮੁੜ ਕੇ ਗਰਭ ਜੂਨਾਂ ਦੇ ਵਿੱਚੋਂ ਬਚ ਗਏ, ਦੁੱਖਾਂ ਤੋਂ ਬਚ ਗਏ। ਭਨ ਮਥਰਾ ਮੂਰਤ ਸਦਾ ਥਿਰ ਲਾਏ ਚਿੱਤ, ਸਨਮੁਖ ਰਹੋ। ਭੱਟ ਮਥਰਾ ਜੀ ਆਖਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੇ ਸਰੂਪ ਵਿੱਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁਖ ਰਹਿਣਾ ਚਾਹੀਦਾ ਹੈ, ਕਿਉਂਕਿ ਸਤਿਗੁਰਾਂ ਦੇ ਬਚਨਾਂ ਨੂੰ ਬਹੁਤ ਧਿਆਨ ਦੇ ਨਾਲ ਸੁਣਨ ਕਰਕੇ ਇਹ ਜਨਮ ਮਰਨ ਦਾ ਚੱਕਰ ਕੱਟਿਆ ਜਾ ਸਕਦਾ ਹੈ। ਜੇਕਰ ਧਿਆਨ ਦੇ ਨਾਲ ਸਤਿਗੁਰਾਂ ਦੇ ਬਚਨ ਸੁਣੇ ਜਾਣ, ਉਹਨਾਂ 'ਤੇ ਅਮਲ ਕੀਤਾ ਜਾਵੇ, ਤੇ ਇਹ 84 ਦਾ ਚੱਕਰ ਹੈ, ਜੋ ਜਨਮ ਮਰਨ ਦਾ ਚੱਕਰ ਹੈ, ਇਸ ਤੋਂ ਮੁਕਤ ਹੋਇਆ ਜਾ ਸਕਦਾ ਹੈ। ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰੇਸ਼ਟ ਲਗ ਬਹਿਤਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਲਯੁਗ ਦੇ ਵਿੱਚ ਜਹਾਜ਼ ਰੂਪ ਅਵਤਾਰ ਬਣ ਕੇ ਆਏ ਹਨ, ਉਸ ਦੀ ਸ਼ਰਨ ਪੈਣ ਕਰਕੇ ਸਾਰਾ ਸੰਸਾਰ ਹੀ ਸਹੀ ਸਲਾਮਤ ਇਸ ਭਵਜਲ ਸਾਗਰ ਤੋਂ ਪਾਰ ਹੋ ਸਕਦਾ ਹੈ। ਸੋ ਗੁਰੂ ਪਿਆਰੋ, ਇੱਕ ਜਹਾਜ਼ ਸੰਸਾਰੀ ਹੈ ਜਿਹਦੇ ਵਿੱਚ ਸੀਮਤ ਸਵਾਰੀਆਂ ਹੀ ਬੈਠ ਸਕਦੀਆਂ ਹਨ, ਪਰ ਭੱਟ ਮਥਰਾ ਜੀ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਮਹਾਰਾਜ ਇੱਕ ਨਾਮ ਦਾ ਜਹਾਜ਼ ਐਸਾ ਹੈ ਜਿਸ ਵਿੱਚ ਸਾਰਾ ਸੰਸਾਰ ਹੀ ਸਵਾਰ ਹੋ ਕੇ ਇਸ ਭਵਜਲ ਸਾਗਰ ਤੋਂ ਪਾਰ ਹੋ ਸਕਦਾ ਹੈ। ਸੋ ਇਹ ਸੀ ਕੁਝ ਕੁ ਵਿਚਾਰਾਂ ਜੋ ਆਪਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਿਨ੍ਹਾਂ ਦੀ ਸਾਂਝ ਪਾਈ। ਸੋ ਸਤਿਗੁਰ ਕਿਰਪਾ ਕਰਨ, ਸਮੱਤ ਬਖਸ਼ਣ, ਅੱਗੇ ਵਾਸਤੇ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣ ਯੋਗ ਹੁੰਦੀ ਬਖਸ਼ ਲੈਣਾ। ਸਤਿਗੁਰੂ ਅੱਗੇ ਵਾਸਤੇ ਸਮੱਤ ਬਖਸ਼ਣ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸਰਬੱਤ ਸੰਗਤਾਂ ਦਾ ਬਹੁਤ ਧੰਨਵਾਦ। ਸੋ ਆਪਾਂ ਹੁਣ ਹਾਜ਼ਰੀ ਲਵਾਈਏ, ਫਤਿਹ ਦੀ ਸਾਂਝ ਪਾਈਏ। ਇਸ ਤੋਂ ਉਪਰੰਤ ਆਨੰਦ ਸਾਹਿਬ 6 ਪੌੜੀਆਂ ਤੇ ਅਰਦਾਸ ਬੇਨਤੀ ਹੋਵੇਗੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।